ਆਪਾਂ ਨੇ ਪਹਿਲਾਂ ਵਾਲੀ ਵੀਡੀਓ ਦੇ ਵਿੱਚ ਕੀ ਸਾਰੇ ਟੌਪਿਕਸ ਕਰ ਲਏ ਸੀ। ਜਿਵੇਂ ਮੈਂ ਤੁਹਾਨੂੰ ਕਿਹਾ ਸੀਗਾ ਕਿ ਜਿਵੇਂ ਆਪਣੀਆਂ ਕੀ ਹੈਗਾ ਬੱਚੇ ਕੰਸਲਟੇਸ਼ਨ ਟਰਮਸ ਕੀ ਹੈਗਾ ਕੰਪਲੀਟ ਹੋਣਗੀਆਂ, ਤਾਂ ਉਵੇਂ ਹੀ ਕੀ ਹੈਗਾ ਆਪਾਂ ਇੱਕ ਕੁਐਸਚਨ ਤੁਹਾਡੀ ਪ੍ਰੈਕਟਿਸ ਕਰਵਾਇਆ ਕਰਾਂਗੇ। ਕਿਉਂਕਿ ਬੱਚੇ ਕੀ ਹੁੰਦਾ ਹੈਗਾ ਆਪਣੇ ਕੋਲ ਕੀ ਹੈਗਾ ਲੈਕਚਰਸ ਆਪਾਂ ਨੂੰ ਕੀ ਹੈਗਾ ਪ੍ਰੋਵਾਈਡ ਹੋ ਜਾਂਦੇ ਨੇ, ਮਿਲ ਜਾਂਦੇ ਨੇਗੇ, ਪਰ ਮੇਨ ਗੱਲ ਆ ਜਾਂਦੀ ਹੈ ਕਿ ਪ੍ਰੀਵੀਅਸ ਈਅਰ ਕੁਐਸਚਨ ਦੀ ਕੀ ਹੈਗੀ ਤੁਹਾਡੀ ਕਿੰਨੀ ਜ਼ਿਆਦਾ ਪ੍ਰੈਕਟਿਸ ਹੈ। ਕਿਉਂਕਿ ਪੇਪਰ ਦੇ ਵਿੱਚ ਕੀ ਕਰਨਾ ਹੁੰਦਾ ਬੇਟਾ, ਤੁਸੀਂ ਕੁਐਸਚਨਸ ਨੂੰ ਹੀ ਕੀ ਹੈਗਾ ਅਟੈਂਪਟ ਕਰਨਾ ਹੁੰਦਾ। ਜਿੰਨੇ ਜ਼ਿਆਦਾ ਕੀ ਹੈਗਾ ਤੁਸੀਂ ਕੁਐਸਚਨ ਲਗਾਓਗੇ, ਜਿੰਨੀ ਜ਼ਿਆਦਾ ਕੁਐਸਚਨ ਪ੍ਰੈਕਟਿਸ ਕਰੋਗੇ, ਉਨੀ ਜ਼ਿਆਦਾ ਕੀ ਹੈਗੀ ਤੁਹਾਡੀ ਤਿਆਰੀ ਕੀ ਹੈਗੀ ਵਧੀਆ ਹੋਏਗੀ। ਹੁਣ ਇਸ ਵੀਡੀਓ ਦੇ ਵਿੱਚ ਕੀ ਹੈਗਾ ਬੱਚੇ ਮੈਂ ਕੀ ਹੈਗਾ ਤੁਹਾਨੂੰ ਕੁਛ ਕੁ ਜਿੰਨੀਆਂ ਕੁ ਆਪਣੀਆਂ ਵੀਡੀਓਜ਼ ਹੋ ਗਈਆਂ ਉਸ ਦੇ ਰਿਲੇਟਡ ਕੀ ਹੈਗਾ ਕੁਐਸਚਨ ਪ੍ਰੈਕਟਿਸ ਕਰਾਂਗੇ। ਕੁਐਸਚਨ ਸਾਰੇ ਆਪਣੇ ਕੋਲ ਕੀ ਹੈਗਾ ਬੱਚੇ ਪ੍ਰੀਵੀਅਸ ਈਅਰ ਕੁਐਸਚਨਸ ਹੋਣਗੇ। ਜੇਈ ਨੀਟ ਤੇ ਪਹਿਲਾਂ ਆਪਾਂ ਸਟਾਰਟਿੰਗ ਕੀ ਹੈਗਾ ਈਜ਼ੀ ਕੁਐਸਚਨਸ ਤੋਂ ਕੀ ਹੈਗਾ ਕਰਾਂਗੇ। ਤਾਂ ਉਵੇਂ ਆਪਾਂ ਕੀ ਹੈਗਾ ਸਟਾਰਟ ਕਰਦੇ ਹਾਂ। ਜਿਵੇਂ ਕਿ ਪਤਾ ਤੁਹਾਨੂੰ ਆਪਣੇ ਚੈਨਲ ਦਾ ਨਾਮ ਕੀ ਹੈਗਾ ਸਟੱਡੀ ਵਿਦ ਯਤਿਨ ਲਰਨ ਸਮਾਰਟ। ਤਾਂ ਆਪਣੇ ਕੋਲ ਕੀ ਹੈਗਾ ਬੱਚੇ ਜਿਹੜਾ ਆਪਣੇ ਕੋਲ ਫਸਟ ਕੁਐਸਚਨ ਹੈਗਾ, ਫਸਟ ਕੁਐਸਚਨ ਦੇ ਵਿੱਚ ਆਪਾਂ ਨੂੰ ਕੀ ਗਿਵਨ ਹੈਗਾ, ਕਹਿੰਦੇ ਵਿਚ ਆਫ ਦਾ ਫੋਲੋਇੰਗ ਇਜ਼ ਦਾ ਡਿਪੈਂਡੈਂਟ ਔਨ ਟੈਂਪਰੇਚਰ। ਜੇ ਮੈਂ ਗੱਲ ਕਰਾਂ ਬੱਚੇ ਸਭ ਤੋਂ ਪਹਿਲਾਂ ਕੀ ਹੈਗਾ ਮੇਰੇ ਕੋਲ ਮਲੈਲਿਟੀ ਸੀਗਾ। ਜੇ ਮੈਂ ਮਲੈਲਿਟੀ ਦੀ ਗੱਲ ਕਰਾਂ ਬੱਚੇ ਤਾਂ ਮਲੈਲਿਟੀ ਕੀ ਹੁੰਦਾ ਹੈਗਾ ਆਪਣੇ ਕੋਲ ਨੰਬਰ ਆਫ ਮੋਲਸ ਆਫ ਸੋਲਿਊਟ ਐਂਡ ਡਿਵਾਈਡਡ ਬਾਈ ਮੋਲ ਆਫ ਸੋਲਵੈਂਟ। ਐਜ਼ ਯੂ ਨੋ ਨੰਬਰ ਆਫ ਮੋਲਸ ਦਾ ਕੀ ਫਾਰਮੂਲਾ ਹੁੰਦਾ ਗਿਵਨ ਮਾਸ ਡਿਵਾਈਡਡ ਬਾਈ ਮੋਲਰ ਮਾਸ। ਹੁਣ ਆਪਾਂ ਨੂੰ ਪਤਾ ਮਾਸ ਕੀ ਹੁੰਦਾ ਟੈਂਪਰੇਚਰ ਇੰਡੀਪੈਂਡੈਂਟ, ਤਾਂ ਮਲੈਲਿਟੀ ਕੀ ਹੋ ਜੂਗੀ ਬੇਟਾ ਆਪਣੇ ਕੋਲ ਟੈਂਪਰੇਚਰ ਇੰਡੀਪੈਂਡੈਂਟ। ਤੇ ਆਪਣੇ ਕੋਲ ਕੀ ਹੈਗਾ ਮਲੈਲਿਟੀ ਦੇ ਵਿੱਚ ਆਪਣੇ ਕੋਲ ਡਿਨੋਮੀਨੇਟਰ ਦੇ ਵਿੱਚ ਕੀ ਆਉਂਦਾ ਹੈਗਾ ਬੱਚੇ ਵੋਲੀਅਮ ਆਫ ਸੋਲਿਊਸ਼ਨ। ਜਿਹੜਾ ਇਹ ਵੋਲੀਅਮ ਆਫ ਸੋਲਿਊਸ਼ਨ ਆਪਾਂ ਨੂੰ ਪਤਾ ਟੈਂਪਰੇਚਰ ਡਿਪੈਂਡੈਂਟ ਹੁੰਦਾ ਅਕੋਰਡਿੰਗ ਟੂ ਚਾਰਲਸ ਲੋ। ਤਾਂ ਇਹਦੇ ਕਰਕੇ ਕੀ ਹੈਗਾ ਬੱਚੇ ਆਪਣੇ ਕੋਲ ਰਾਈਟ ਆਂਸਰ ਕਿਹੜਾ ਹੋ ਜਾਏਗਾ ਕੈਪੀਟਲ ਐਮ ਵਿਚ ਇਜ਼ ਅ ਮੋਲੈਰਿਟੀ। ਨੈਕਸਟ ਕੁਐਸਚਨ ਕੀ ਹੈਗਾ ਬੱਚੇ ਕਹਿੰਦੇ ਦ ਮੋਲੈਰਿਟੀ ਆਫ ਏ ਸੋਲਿਊਸ਼ਨ ਅਬਟੇਨਡ ਬਾਈ ਮਿਕਸਿੰਗ। ਤਾਂ ਬੱਚੇ ਉਰੇ ਆਪਾਂ ਨੂੰ ਕੀ ਹੈਗਾ ਮਿਕਸਿੰਗ ਨੂੰ ਕੀ ਕਰਨਾ ਪਏਗਾ ਹਾਈਲਾਈਟ ਕੀ ਹੈਗਾ ਕਰਨਾ ਪਏਗਾ। ਤਾਂ ਹੁਣ ਆਪਣੇ ਕੋਲ ਕੀ ਹੈਗਾ ਮਿਕਸਿੰਗ ਦਾ ਕੁਐਸਚਨ ਹੈ, ਤਾਂ ਆਪਾਂ ਨੂੰ ਪਤਾ ਹੈਗਾ ਬੱਚੇ ਮਿਕਸਿੰਗ ਦੇ ਵਿੱਚ ਆਪਾਂ ਕੀ ਲਗਾਉਂਦੇ ਹੈਗੇ ਮਿਕਸਿੰਗ ਵਾਲੀ ਕੀ ਹੈਗੀ ਇਕੁਏਸ਼ਨ ਕੀ ਹੈਗਾ ਅਪਲਾਈ ਕਰਾਂਗੇ। ਉਹ ਮਿਕਸਿੰਗ ਵਾਲੀ ਇਕੁਏਸ਼ਨ ਕੀ ਹੁੰਦੀ ਹੈ ਬੱਚੇ ਆਪਣੇ ਕੋਲ M1V1 ਪਲੱਸ M2V2 ਗਿਵ ਰਾਈਜ਼ ਟੂ M3V3। V3 ਕੀ ਹੁੰਦਾ ਹੈਗਾ ਬੱਚਾ ਆਪਾਂ ਕੀ ਹੈਗਾ ਦੋ ਸੋਲਿਊਸ਼ਨਸ ਨੂੰ ਮਿਕਸ ਕੀਤਾ ਹੈਗਾ। ਤਾਂ ਆਪਣੇ ਕੋਲ ਕੀ ਚੀਜ਼ ਹੋਊਗੀ ਮਿਕਸਿੰਗ ਦੇ ਵਿੱਚ ਕੀ ਹੈਗਾ ਜਿਹੜਾ V3 ਵੋਲਿਊਮ ਹੈ ਉਹ ਕੀ ਹੈਗਾ V1 ਪਲੱਸ V2 ਦੇ ਇਕੁਅਲ ਹੁੰਦਾ। ਤਾਂ ਆਪਾਂ ਨੇ ਮਲੈਰਿਟੀ ਨੂੰ ਕੀ ਹੈਗਾ ਬੱਚੇ ਪੁੱਟ ਕੀਤਾ। ਫਸਟ ਮਲੈਰਿਟੀ ਆਪਣੇ ਕੋਲ ਕਿੰਨੀ ਸੀ 0.5, ਤਾਂ ਮੈंने ਇੱਥੇ 0.5 ਪੁੱਟ ਕੀਤਾ। ਇਹਦਾ ਵੋਲਿਊਮ ਕਿੰਨਾ ਸੀਗਾ ਬੱਚੇ 750, ਉਸ ਦੀ ਵੈਲਿਊ ਪੁੱਟ ਕੀਤੀ। ਸੈਕੰਡ ਸੋਲਿਊਸ਼ਨ ਦੀ ਮਲੈਰਿਟੀ ਕਿੰਨੀ ਹੈ ਬੇਟਾ 2, ਇੱਥੇ ਪੁੱਟ ਕੀਤਾ। ਦੈਨ ਮੇਰੇ ਕੋਲ ਕੀ ਹੈਗਾ ਵੋਲਿਊਮ ਕਿੰਨਾ ਸੀਗਾ 250। ਜਿਹੜਾ ਮੇਰੇ ਕੋਲ ਕੀ ਹੈਗਾ M3 ਸੀਗਾ, M3 ਦੇ ਨਾਲ ਜਿਹੜਾ ਵੋਲਿਊਮ ਹੈ ਉਹ ਦੋਨਾਂ ਜਿਨ੍ਹਾਂ ਨੂੰ ਆਪਾਂ ਨੇ ਮਿਕਸ ਕੀਤਾ ਉਹਨਾਂ ਦੋਨਾਂ ਦੇ ਵੋਲਿਊਮ ਨੂੰ ਕੀ ਕਰਤਾ ਆਪਾਂ ਨੇ ਐਡ ਕਰਤਾ। ਜਦੋਂ ਆਪਾਂ ਐਡ ਔਨ ਕੀਤਾ ਤਾਂ ਉਹਨਾਂ ਦਾ ਵੋਲਿਊਮ ਕਿੰਨਾ ਆ ਗਿਆ ਬੇਟੇ 1000। ਜਦੋਂ ਆਪਾਂ ਇਹਨੂੰ ਸੋਲਵ ਕਰਾਂਗੇ ਤਾਂ ਬੱਚੇ ਆਪਣੇ ਕੋਲ ਕੀ ਹੈਗਾ ਇਹ ਕਿੰਨਾ ਬਣ ਜਾਏਗਾ ਆਪਣੇ ਕੋਲ ਉੱਪਰ 875 ਡਿਵਾਈਡਡ ਬਾਈ 1000। ਤਾਂ ਆਪਣੇ ਕੋਲ ਜਿਹੜੀ ਫਾਈਨਲ ਸੋਲਿਊਸ਼ਨ ਦੀ ਮਲੈਰਿਟੀ ਆਏਗੀ ਉਹ ਕਿੰਨੀ ਆਏਗੀ 0.875। ਨੈਕਸਟ ਆਪਣੇ ਕੋਲ ਕੀ ਹੈਗਾ ਬੱਚੇ ਨੂਮੈਰੀਕਲ ਹੈ। ਨੈਕਸਟ ਨੂਮੈਰੀਕਲ ਆਪਣੇ ਕੋਲ ਕੀ ਹੈਗਾ ਬੱਚੇ JEE 2019 ਦਾ ਕੁਐਸਚਨ ਥੋੜ੍ਹਾ ਜਿਹਾ ਹੁਣੇ ਕੀ ਹੈਗਾ ਟ੍ਰਿਕੀ ਹੋਣ ਲੱਗ ਰਹੇ ਨੇਗੇ। ਤਾਂ ਕੁਐਸਚਨ ਦੇ ਵਿੱਚ ਕੀ ਪੁੱਛਿਆ ਗਿਆ ਬੇਟੇ ਆਪਾਂ ਨੂੰ ਦਾ ਹਾਰਡਨੈਸ ਆਫ ਵਾਟਰ ਸੈਂਪਲ ਇਨ ਟਰਮਸ ਆਫ ਇਕੁਇਵਲੈਂਸ ਆਫ ਕੈਲਸ਼ੀਅਮ ਕਾਰਬੋਨੇਟ ਕੰਟੇਨ ਕੀ ਕਰ ਰਿਹਾ ਹੈਗਾ ਬਟ ਉਹ ਕੈਲਸ਼ੀਅਮ ਸਲਫੇਟ। ਬਟ ਆਪਾਂ ਨੂੰ ਕਿਹਦੇ ਟਰਮਸ ਦੇ ਵਿੱਚ ਪੁੱਛਿਆ ਹੋਏਗਾ ਕੈਲਸ਼ੀਅਮ ਕਾਰਬੋਨੇਟ ਦੇ ਟਰਮਸ ਦੇ ਵਿੱਚ ਕੀ ਹੈਗਾ ਪੁੱਛਿਆ। ਤਾਂ ਇਹ ਕੁਐਸਚਨ ਨੂੰ ਜਦੋਂ ਆਪਾਂ ਸੋਲਵ ਕਰਾਂਗੇ ਤਾਂ ਦੇਖੋ ਬੱਚੇ ਕਿੱਦਾਂ ਸੋਲਵ ਕਰਾਂਗੇ। ਤਾਂ ਆਪਾਂ ਨੂੰ ਕੋਲ ਕੀ ਹੈਗਾ 10⁻³ ਮੋਲਰ ਤੋਂ ਆਪਾਂ ਕੀ ਇੰਟਰਪ੍ਰੇਟ ਕਰਾਂਗੇ ਕਾਹਦੇ ਮੋਲਸ ਨੇ ਇਹ ਕਾਹਦੀ ਮਲੈਰਿਟੀ ਗਿਵਨ ਹੈ ਕੈਲਸ਼ੀਅਮ ਸਲਫੇਟ ਦੀ। ਤਾਂ ਇਹ ਤੋਂ ਆਪਾਂ ਇੰਟਰਪ੍ਰੇਟ ਕਰਾਂਗੇ ਕਿ 10⁻³ ਮੋਲਸ ਕਾਹਦੇ ਬੱਚੇ ਆਪਣੇ ਕੋਲ ਕੈਲਸ਼ੀਅਮ ਸਲਫੇਟ ਦੇ ਪ੍ਰੈਜ਼ੈਂਟ ਨੇ ਇਨ 1000 ml ਵਾਟਰ। ਇਹੀ ਚੀਜ਼ ਇੰਟਰਪ੍ਰੇਟ ਕਰਾਂਗੇ। ਹੁਣ ਆਪਣੇ ਕੋਲ ਕੀ ਹੈਗਾ ਬੱਚਾ ਆਪਾਂ ਨੇ ਫਾਈਂਡ ਕੀ ਕਰਨੀ ਹੈਗੀ ਇਹਨਾਂ ਦੀ ਆਪਾਂ ਨੇ ਫਾਈਂਡ ਕਰਨਾ ਹੈਗਾ ਕਿ ਕਿੰਨੇ ਇਕੁਇਵਲੈਂਟਸ ਪ੍ਰੈਜ਼ੈਂਟ ਨੇ ਇਨ PPM ਆਪਾਂ ਨੇ ਕੀ ਹੈਗਾ ਫਾਈਂਡ ਕਰਨਾ। ਤਾਂ ਦੇਖੋ ਬੱਚੇ ਕਿੱਦਾਂ ਫਾਈਂਡ ਕਰਾਂਗੇ। ਜੇ ਮੈਂ ਗੱਲ ਕਰਾਂ ਇਹਦਾ ਮਾਸ ਦੀ ਤਾਂ ਮਾਸ ਇਹਦਾ ਕਿਹਦੇ ਇਕੁਅਲ ਹੋਏਗਾ ਬੇਟਾ 10⁻³ ਇੰਟੂ ਕੈਲਸ਼ੀਅਮ ਸਲਫੇਟ ਦਾ ਮੋਲਰ ਮਾਸ ਕਿੰਨਾ ਗਿਵਨ ਹੈ ਬੱਚੇ ਮੇਰੇ ਕੋਲ 136 ਗ੍ਰਾਮ ਪਰ ਮੋਲ। ਆਲਰੇਡੀ ਕੀ ਹੈਗਾ ਬੱਚੇ ਮੋਲਰ ਮਾਸ ਗਿਵਨ ਹੁੰਦਾ। ਹੁਣ ਦੇਖੋ ਬੱਚੇ ਆਪਣੇ ਕੋਲ ਕੀ ਹੈਗਾ ਜੇ ਮੈਂ ਗੱਲ ਕਰਾਂ ਕੈਲਸ਼ੀਅਮ ਕਾਰਬੋਨੇਟ ਦੀ ਟਰਮ ਦੇ ਵਿੱਚ ਕੀ ਹੈਗਾ ਆਪਾਂ ਨੇ ਦੱਸਣਾ ਹੈਗਾ ਇਹਨੂੰ। ਤਾਂ ਆਪਣੇ ਕੋਲ ਇਹਦਾ ਕਿੰਨਾ ਆਊਗਾ 10⁻³ ਇੰਟੂ 136। ਜੇ ਮੈਂ ਕੈਲਸ਼ੀਅਮ ਸਲਫੇਟ ਨੂੰ ਕਿਹਦੇ ਨਾਲ ਇਕੁਏਟ ਕਿਹਦੇ ਨਾਲ ਕਰਨਾ ਹੈਗਾ ਕੈਲਸ਼ੀਅਮ ਕਾਰਬੋਨੇਟ। ਇਹਦਾ ਮਾਸ ਕਿੰਨਾ ਹੈਗਾ ਬੱਚੇ ਕੈਲਸ਼ੀਅਮ ਸਲਫੇਟ ਦਾ 1 ਮੋਲ ਦਾ 136 ਅਤੇ ਕੈਲਸ਼ੀਅਮ ਕਾਰਬੋਨੇਟ ਦੇ 1 ਮੋਲ ਦਾ ਮਾਸ ਕਿੰਨਾ ਹੁੰਦਾ ਬੱਚੇ ਆਪਣੇ ਕੋਲ 40 + 12 ਇਹਦਾ ਕਿੰਨਾ ਹੋ ਜਾਏਗਾ 48 ਕਿੰਨਾ ਹੋ ਜਾਏਗਾ 100 ਗ੍ਰਾਮ। ਤਾਂ ਜੇ ਮੈਂ ਇਹਨੂੰ ਇਕੁਏਟ ਕਰੂੰਗਾ ਤਾਂ ਕੈਲਸ਼ੀਅਮ ਸਲਫੇਟ ਦਾ 136 ਗ੍ਰਾਮ ਕਿਸ ਦੇ ਇਕੁਅਲ ਆਉਂਦਾ ਹੈਗਾ 100 ਗ੍ਰਾਮ ਦੇ। ਤਾਂ 1 ਗ੍ਰਾਮ ਕਿਹਦੇ ਇਕੁਅਲ ਆਊਗਾ ਬੇਟੇ ਦਾ 100/136 ਦੇ ਇਕੁਏਟ ਹੋਏਗਾ। ਪਰ ਆਪਣੇ ਕੋਲ ਕੈਲਸ਼ੀਅਮ ਸਲਫੇਟ ਦਾ ਮਾਸ ਕਿੰਨਾ ਹੈਗਾ ਬੱਚੇ ਇੰਨਾ ਹੈਗਾ। ਤਾਂ ਆਪਾਂ ਕਿੰਨਾ ਪੁੱਟ ਕਰਾਂਗੇ ਇੱਥੇ 10⁻³ ਇੰਟੂ 136 ਦੇ ਵਿੱਚ ਆਪਣੇ ਕੋਲ ਕੈਲਸ਼ੀਅਮ ਕਾਰਬੋਨੇਟ ਨਾਲ ਰਿਲੇਟ ਕਰਕੇ ਕਿੰਨਾ ਮਾਸ ਆਏਗਾ ਇੰਟੂ
अपने को कितना आ जाएगा बच्चे 10⁻³ इंटू 136 136 नाल 136 कैंसल हो गया तो अपने को किस इक्वल आ गया बच्चे 10⁻⁻1 तो आपने जो की है कैल्शियम सल्फेट को कैल्शियम कार्बोनेट नाल इक्वेट किया तो अपने को मास कितना है बच्चे 10⁻⁻1 पर आपको पता हुण ppm का फार्मूला की होएगा मास कितना मास है अपने को 1/10 टोटल मास कितना है बच्चे अपने को सोल्यूशन का टोटल मास ऑफ सोल्यूशन आप कितना मान के चले बच्चे उरे आपने की है 1000 ml वाटर तो हुण आपको पता है बच्चे 1000 ml की है वाटर ਨੂੰ ਆਪਾਂ 1000 ग्राम भी लिख सकते हैं 1000 ग्राम क्यों लिख सकते हैं बच्चे क्योंकि जी मलैरिटी है किसकी सॉरी डेंसिटी है वाटर की वो कि इक्वल होंगी है 1 ग्राम पर ml तो उस करके की है आप 1000 ग्राम लिखांगे मास नू इंटू आप कि मल्टीप्लाई करते हैं ppm के केस के 10⁻6 तो जो की है बच्चे आप सॉल्व करा 10⁻6 नीचे कि बन जू 10⁻4 जो ये अपने को कैंसल होएगा तो कि होगा 10⁻2 ppm की आ जाएगा आंसर यानी कि 100 ppm इज़ द करैक्ट आंसर तो अपने को की है ये ऑप्शन की है बच्चे करैक्ट हो जाएगा कई बार की होंगे बच्चे जो आप क्वेश्चन सॉल्व कर लैंने अपना आंसर भी सही आ जाता है पर आप जल्दबाजी के की है ऑप्शन की है आप गलत मार्क कर दें तो उसके नाल की है बच्चे आपू की है फोकस होके की है क्वेश्चनस को की है सॉल्व करना होंगे क्वेश्चन तुम इन्नी प्रैक्टिस तो बाद की है सॉल्व भी किया सही भी सॉल्व किया बट की है मार्क करन लगे की है तुम गलत मार्क कर देंगे तो वो की है बच्चे तुम ध्यान नाल की है मार्क करना नैक्सट क्वेश्चन की बच्चे जो मैं गल करा नैक्सट क्वेश्चन के बच्चे मैंने JEE 2021 के क्वेश्चन आया होगा कहते कैलकुलेट द मलैरिटी ऑफ 3.3 मोलल सोल्यूशन 3.3 मोलल ऑफ KCl इसकी आपने बच्चे की फाइंड करनी हैगी मलैरिटी यानी कि कैपिटल M फाइंड करना कैपिटल M वास्ते बच्चे मैनू की चाहिए ने नंबर ऑफ मोल्स नीचे की चाहिए होएगा बेटा मैनू वॉल्यूम ऑफ सोल्यूशन जो भी की है बच्चे डेंसिटी ml के दिती होंगी है तो वॉल्यूम ml के आता पर आप की है फिर उन्होंने मल्टीप्लाई कर लाँगे 1000 के नाल पहली गल मैं इस तो की इंटरप्रेट करूँगा बेटा कि 3.3 मोल्स कादे प्रेजेंट ने बच्चे मेरे को KCl के प्रेजेंट ने इन 1000 ग्राम सॉल्वेंट तो यानी कि मेरे को नंबर ऑफ मोल्स सल्यूट के डायरैक्टली आ गए बच्चे किन्ने आ गए 3.3 डिवाइडेड बाय वॉल्यूम ऑफ सोल्यूशन इंटू 1000 हुण गल आ जाती है बच्चे मैंने वॉल्यूम ऑफ सोल्यूशन किद्दां फाइंड करना है तो आपको पता बच्चे डेंसिटी ऑफ सोल्यूशन किस दे इक्वल होएगी डेंसिटी ऑफ सोल्यूशन इज इक्वल टू मास ऑफ सोल्यूशन डिवाइडेड बाय वॉल्यूम ऑफ सोल्यूशन density of solution is already given in the question which is 1.28 mass of solution is equal to mass of solvent plus mass of solute mass of solvent अपने को कितना गिवन सीगा बच्चे mass of solvent आप यही चीज़ लिखी है ना कि 3.3 moles KCl present in 1000 ग्राम solvent तो mass of solvent is 1000 plus mass of solute 3.3 मास ऑफ सल्यूट कितना फाइंड होएगा जिन्ने मोल्स ने इंटू मोलर मास KCl का बच्चे अपने को मोलर मास कितना होएगा 39 प्लस क्लोरीन का 35.5 डिवाइडेड बाय वॉल्यूम ऑफ सोल्यूशन तो बच्चे अपने को वॉल्यूम ऑफ सोल्यूशन जो आप सॉल्व कर लाँगे तो अपने को कितना आ जाएगा बच्चे 996.868 तो वॉल्यूम ऑफ सोल्यूशन की वैल्यू की है आप इतने पुट करांगे जो आप इनू सॉल्व कर रहे होवांगे बच्चे तो अपने को कितना आंसर आ जाएगा ये मलैरिटी आ जाएगी 3.4 मोलर सो करैक्ट आंसर इज C विच इज़ 3.4 मोलर तो इस क्वेश्चन के की बच्चे जो भी की है तुम कोई भी वीडियो इन फ्यूचर चाहे मेरी वीडियो देख रहे हो चाहे किसी होर दी वीडियो देख रहे हो जो भी तुम क्वेश्चन की स्टेटमेंट देखते हो तो तुम नोटबुक के उत्ते खुद सॉल्व कराया करो दैन सोल्यूशन चैक कराया करो फिर तुहानूं अच्छे तरीके नाल की है समझ आएगा कि कित्थे तुसीं अटक रहे सी तो टीचर ने उन्होंने किद्दां की है सॉल्व किया नैक्सट क्वेश्चन के बच्चे आपको की गिवन है कहते 250 ग्राम ऑफ डी ग्लूकोज सोल्यूशन इन वाटर कंटेन 10.8% ऑफ कार्बन बाय वेट मलैरिटी तुसी फाइंड करनी है तो मास परसेंटेज ऑफ कार्बन कितनी गिवन है बच्चे आपको 10.8% मास परसेंटेज का फार्मूला की होंगे वेट ऑफ कार्बन डिवाइडेड बाय टोटल वेट इंटू 100 तो मास परसेंटेज ऑलरेडी 10.8 है वेट ऑफ कार्बन कितना आपने फाइंड करना है टोटल वेट इज़ 250 इंटू 100 तो अपने को कितना आ गया बेटा 27 ग्राम तो अपने को की है बच्चे मास ऑफ कार्बन कितना आ गया 27 ग्राम हुण जो तुसीं ध्यान नाल देखोगे बच्चे अपने को की है
ਜਿਹੜਾ ਗਲੂਕੋਜ਼ ਹੈ ਉਸਦਾ ਫਾਰਮੂਲਾ ਇਹ ਹੈ, ਇਸਦਾ ਮੋਲਰ ਮਾਸ ਕਿੰਨਾ ਹੈਗਾ 180 ਗ੍ਰਾਮ ਹੈ। 180 ਗ੍ਰਾਮ ਦੇ ਵਿੱਚ ਆਪਣੇ ਕੋਲ ਕਿੰਨੀ ਕਾਰਬਨ ਪ੍ਰੈਜ਼ੈਂਟ ਹੁੰਦੀ ਹੈ 72 ਗ੍ਰਾਮ। ਤਾਂ 1 ਗ੍ਰਾਮ ਕਾਰਬਨ ਕਿੰਨਾ ਗਲੂਕੋਜ਼ ਕੰਟੇਨ ਕਰਦੀ ਹੋਗੀ 180 ਅਪੋਨ 72। ਪਰ ਆਪਣੇ ਕੋਲ 1 ਗ੍ਰਾਮ ਕਾਰਬਨ ਹੀ, ਆਪਣੇ ਕੋਲ ਕਿੰਨੇ ਗ੍ਰਾਮ ਕਾਰਬਨ ਹੈ 27। ਤਾਂ 27 ਗ੍ਰਾਮ ਕਾਰਬਨ ਆਪਣੇ ਕੋਲ ਕਿੰਨਾ ਗਲੂਕੋਜ਼ ਕੰਟੇਨ ਕਰ ਰਹੀ ਹੋਏਗੀ 180 ਅਪੋਨ 72 ਇੰਟੂ 27। ਤਾਂ ਜਦੋਂ ਕੀ ਹੈਗਾ ਬੱਚੇ ਆਪਾਂ ਇਹਨੂੰ ਸੋਲਵ ਕਰਾਂਗੇ ਤਾਂ ਆਪਣੇ ਕੋਲ ਕੀ ਚੀਜ਼ ਆਏਗੀ, ਆਪਾਂ ਨੂੰ ਪਤਾ ਲੱਗ ਜਾਏਗਾ ਕਿ 27 ਗ੍ਰਾਮ ਕਿੰਨਾ ਗਲੂਕੋਜ਼ ਕੰਟੇਨ ਕਰ ਰਹੀ ਹੋਗੀ। ਤਾਂ ਉਹ ਕਿੰਨਾ ਗਲੂਕੋਜ਼ ਆਏਗਾ ਬੱਚੇ, ਜਦੋਂ ਉਹਨੂੰ ਤੁਸੀਂ ਸੋਲਵ ਕਰ ਲਓਗੇ ਤਾਂ ਆਪਣੇ ਕੋਲ ਮਾਸ ਆਫ ਗਲੂਕੋਜ਼ ਕਿੰਨਾ ਆ ਜਾਏਗਾ ਬੱਚੇ 67.5 ਗ੍ਰਾਮ। ਇਹ ਬੱਚੇ ਆਪਾਂ ਕਿਉਂ ਕਰ ਰਹੇ ਹਾਂ, ਕਿਉਂਕਿ ਆਪਾਂ ਨੇ ਲਾਸਟ 'ਤੇ ਕੀ ਫਾਈਂਡ ਕਰਨੀ ਹੈਗੀ, ਮੋਲੈਲਿਟੀ ਫਾਈਂਡ ਕਰਨੀ ਹੈ। ਮੋਲੈਲਿਟੀ ਫਾਈਂਡ ਕਰਨ ਲਈ ਆਪਾਂ ਨੂੰ ਕੀ ਹੈਗਾ ਮਾਸ ਆਫ ਗਲੂਕੋਜ਼ ਚਾਹੀਦਾ ਸੀ, ਮੇਰੇ ਕੋਲ ਆ ਗਿਆ। ਤਾਂ ਉਹਦੇ ਮੋਲਸ ਫਾਈਂਡ ਕਰਨੇ ਸੀ, ਤਾਂ ਇਹਨੂੰ ਜੇ ਮੈਂ ਇਹਦੇ ਮੋਲਰ ਮਾਸ ਨਾਲ ਕੀ ਹੈਗਾ ਡਿਵਾਈਡ ਕਰ ਦਾਂਗਾ ਤਾਂ ਮੇਰੇ ਕੋਲ ਕੀ ਆ ਜਾਏਗਾ, ਇਹਦੇ ਮੋਲਸ ਆ ਜਾਣਗੇ। ਤਾਂ ਮੈਨੂੰ ਮੋਲਸ ਪਤਾ ਲੱਗ ਗਏ ਬੱਚੇ ਕਾਹਦੇ ਗਲੂਕੋਜ਼ ਦੇ। ਜੇ ਮੈਂ ਉਰੋਂ ਮੋਲੈਲਿਟੀ ਫਾਈਂਡ ਕਰਨੀ ਹੈ ਤਾਂ ਮੋਲਸ ਆਪਣੇ ਕੋਲ ਆ ਗਏ। ਮੋਲਸ ਵਾਸਤੇ ਆਪਾਂ ਨੀਚੇ ਡਿਵਾਈਡ ਕਿਹਦੇ ਨਾਲ ਕਰਾਂਗੇ, ਵੇਟ ਆਫ ਸੋਲਵੈਂਟ ਦੇ ਨਾਲ। ਤਾਂ ਵੇਟ ਆਫ ਸੋਲਵੈਂਟ ਨੂੰ ਫਾਈਂਡ ਕਰਨ ਦੇ ਲਈ ਬੱਚੇ ਆਪਾਂ ਕਿੱਦਾਂ ਕਰਾਂਗੇ, ਦੇਖੋ ਸੋਲੂਸ਼ਨ ਦਾ ਮਾਸ ਕਿੰਨਾ ਸੀਗਾ ਮੇਰੇ ਕੋਲ 250 ਦੇ ਵਿੱਚੋਂ ਕੀ ਹੈਗਾ ਬੱਚੇ, ਜੇ ਮੈਂ ਸੋਲਿਊਟ ਦਾ ਵੇਟ ਮਾਈਨਸ ਕਰ ਦੂੰਗਾ ਤਾਂ ਆਪਣੇ ਕੋਲ ਦੇਖੋ ਮਾਸ ਆਫ ਸੋਲਿਊਸ਼ਨ ਕਿੰਨਾ ਗਿਵਨ ਸੀਗਾ ਬੇਟਾ ਮੇਰੇ ਕੋਲ 250। ਜੇ 250 ਦੇ ਵਿੱਚੋਂ ਮੈਂ ਸੋਲਿਊਟ ਦਾ ਮਾਸ ਕਿੰਨਾ ਹੈ, ਯਾਨੀ ਕਿ ਗਲੂਕੋਜ਼ ਦਾ ਕਿੰਨਾ ਹੈ 67.5, ਜੇ ਮੈਂ ਮਾਈਨਸ ਕਰ ਦਾਂਗਾ ਤਾਂ ਮੇਰੇ ਕੋਲ ਮਾਸ ਆਫ ਸੋਲਵੈਂਟ ਆ ਜਾਏਗਾ। ਤਾਂ ਮਾਸ ਆਫ ਸੋਲਵੈਂਟ ਕਿੰਨਾ ਆ ਜਾਏਗਾ ਬੇਟਾ ਮੇਰੇ ਕੋਲ 182.5। ਹੁਣ ਇਹ ਮਾਸ ਆਫ ਸੋਲਵੈਂਟ ਆ ਗਿਆ, ਮੋਲਸ ਆ ਗਏ, ਮਾਸ ਆਫ ਸੋਲਵੈਂਟ ਆ ਗਿਆ। ਤਾਂ ਇੰਟੂ 1000 ਕਰੂੰਗਾ ਬੇਟਾ ਮੈਂ, ਤਾਂ ਮੇਰੇ ਕੋਲ ਕੀ ਹੈਗੀ ਮੋਲੈਲਿਟੀ ਕੀ ਹੈਗੀ ਆ ਜਾਏਗੀ। ਜਿਹੜੀ ਮੋਲੈਲਿਟੀ ਆਏਗੀ ਉਹ ਕਿਹਦੇ ਕੋਲ ਆਏਗੀ ਬੇਟਾ 3.09 ਦੇ ਕੀ ਆ ਰਹੀ ਹੋਏਗੀ, ਮੋਲੈਲਿਟੀ ਆਪਣੇ ਕੋਲ ਕਿਸ ਦੇ ਇਕੁਅਲ ਆ ਰਹੀ ਹੋਏਗੀ ਬੇਟਾ 2.06। ਤਾਂ ਮੋਲੈਲਿਟੀ ਆਪਣੇ ਕੋਲ ਕਿਸ ਦੇ ਇਕੁਅਲ ਆਏਗੀ 2.06 ਤੇ ਆ ਰਹੀ ਹੋਏਗੀ। ਕੁਐਸਚਨ ਨੂੰ ਬੱਚੇ ਦੁਬਾਰਾ ਦੱਸ ਰਹੇ ਹਾਂਗਾ, ਮਾਸ ਪਰਸੈਂਟੇਜ ਕਾਰਬਨ ਦੀ ਗਿਵਨ ਸੀ, ਤਾਂ ਕਾਰਬਨ ਤੋਂ ਆਪਾਂ ਨੂੰ ਉਹਦਾ ਵੇਟ ਫਾਈਂਡ ਕੀਤਾ, ਉੱਥੋਂ ਆਪਾਂ ਨੂੰ ਪਤਾ ਲੱਗਿਆ ਜੇ ਆਪਾਂ 1 ਮੋਲ ਗਲੂਕੋਜ਼ ਦੀ ਗੱਲ ਕਰਦੇ ਹਾਂ ਤਾਂ ਉਹਦੇ ਵਿੱਚ 72 ਗ੍ਰਾਮ ਕਾਰਬਨ ਹੁੰਦੀ ਹੈ। ਪਰ ਆਪਣੇ ਕੋਲ 1 ਗ੍ਰਾਮ ਕਾਰਬਨ ਦੇ ਵਿੱਚ 180/72 ਹੋਏਗਾ ਗਲੂਕੋਜ਼, ਪਰ ਆਪਣੇ ਕੋਲ 1 ਗ੍ਰਾਮ ਕਾਰਬਨ ਹੀ ਆਪਣੇ ਕੋਲ 27 ਹੈ। ਉੱਥੋਂ ਗਲੂਕੋਜ਼ ਦਾ ਮਾਸ ਆਏਗਾ, ਫਿਰ ਗਲੂਕੋਜ਼ ਦੇ ਮੋਲਸ ਫਾਈਂਡ ਹੋਣਗੇ, ਉੱਥੋਂ ਉਹਦੇ ਮੋਲਰ ਮਾਸ ਤੋਂ ਸੋਲਿਊਸ਼ਨ ਦੇ ਵਿੱਚੋਂ ਉਹਨੂੰ ਮਾਈਨਸ ਕਰਕੇ ਸੋਲਵੈਂਟ ਦਾ ਮਾਸ ਆਏਗਾ, ਦੈਨ 1000 ਨਾਲ ਮਲਟੀਪਲਾਈ ਕਰਕੇ ਮੋਲੈਲਿਟੀ ਕੀ ਹੈਗੀ ਬੱਚੇ ਆ ਜਾਏਗੀ। ਦੇ ਵਿੱਚ ਕੀ ਚੀਜ਼ ਹੈ ਬੱਚੇ, ਆਪਣੇ ਕੋਲ 6 ਕੁਐਸਚਨ ਦੇ ਵਿੱਚ JEE 2023 ਦਾ ਇਹ ਕੁਐਸਚਨ ਹੈਗਾ। ਕਹਿੰਦੇ ਵਾਟ ਇਜ਼ ਦਾ ਮਾਸ ਰੇਸ਼ੀਓ ਆਫ ਇਥਾਈਲਿਨ ਗਲਾਈਕੋਲ, ਮੋਲਰ ਮਾਸ ਗਿਵਨ ਹੈ, ਰਿਕੁਆਇਰਡ ਫॉर ਮੇਕਿੰਗ 500 ਗ੍ਰਾਮ 0.25 ਮੋਲਰ ਐਕੁਅਸ ਸੋਲਿਊਸ਼ਨ ਐਂਡ 250 ml 0.25 ਮੋਲਰ। ਤਾਂ ਆਪਣੇ ਕੋਲ ਕੀ ਚੀਜ਼ ਹੈ ਬੱਚੇ, ਇੱਕ ਵਾਰੀ ਆਪਣੇ ਕੋਲ ਕੀ ਹੈਗਾ ਮੋਲੈਲਿਟੀ ਦਾ ਫਾਰਮੂਲਾ ਲੱਗੇਗਾ। ਮੋਲੈਲਿਟੀ ਦਾ ਕੀ ਫਾਰਮੂਲਾ ਹੋਊਗਾ, ਗਿਵਨ ਵੇਟ ਅਪੋਨ ਮੋਲਰ ਮਾਸ WBMB, ਨੀਚੇ WA ਇੰਟੂ 1000। ਤਾਂ ਮੋਲੈਰਿਟੀ ਮੋਲਰ ਯਾਨੀ ਕਿ 0.25, WB ਆਪਾਂ ਨੇ ਇੱਥੋਂ ਫਾਈਂਡ ਕਰਨਾ, ਮੋਲਰ ਮਾਸ ਆਲਰੇਡੀ ਗਿਵਨ ਹੈ 62000। ਤਾਂ ਉਰੇ ਕੀ ਚੀਜ਼ ਹੈ ਬੱਚੇ, ਨੀਚੇ ਆਪਾਂ ਕਾਹਦੀ ਵੈਲਿਊ ਪੁੱਟ ਕਰਦੇ ਹੁੰਦੇ ਹੈਗੇ ਮੋਲਰ ਮਾਸ ਆਫ ਸੋਲਵੈਂਟ। ਜੇ ਆਪਣੇ ਕੋਲ ਕੀ ਹੈਗਾ ਬੱਚੇ, ਜੇ ਮੈਂ ਇਹਦਾ ਮੋਲਰ ਮਾਸ ਦੀ ਗੱਲ ਕਰਾਂ ਉਹ ਆਪਾਂ ਨੂੰ ਕਿੰਨਾ ਗਿਵਨ ਹੈਗਾ ਸੋਲਿਊਸ਼ਨ ਦਾ 500 ਮਾਈਨਸ ਆਪਾਂ ਕੀ ਹੈਗਾ WB ਮਾਈਨਸ ਕਰਾਂਗੇ। ਤਾਂ ਜਦੋਂ ਆਪਾਂ ਇਹਨੂੰ ਸੋਲਵ ਕਰ ਲਾਂਗੇ ਤਾਂ ਬੇਟਾ WB ਦੀ ਵੈਲਿਊ ਇੱਥੋਂ ਆ ਰਹੂਗੀ 8 ਸਮਥਿੰਗ 7.9 ਆਏਗੀ, ਰਾਊਂਡ ਆਫ ਕਰਕੇ 8। ਅਤੇ ਇੱਕ ਵਾਰੀ ਮੋਲੈਰਿਟੀ ਦਾ ਫਾਰਮੂਲਾ ਲਗਾਵਾਂਗੇ, ਯਾਨੀ ਕਿ WB ਅਪੋਨ MB, ਨੀਚੇ ਵੋਲੀਅਮ ਆਫ ਸੋਲਿਊਸ਼ਨ ਇੰਟੂ 1000, ਕਿਉਂਕਿ ਵੋਲੀਅਮ ਕੀ ਹੈਗਾ ML ਦੇ ਵਿੱਚ ਕੀ ਹੈਗਾ ਬੱਚੇ ਗਿਵਨ ਹੈ। ਤਾਂ ਮੋਲੈਰਿਟੀ ਕਿੰਨੀ ਗਿਵਨ ਹੈ 0.25, WB ਉਰੋਂ ਆਪਾਂ ਕੀ ਹੈਗਾ 62 ਮੋਲਰ ਮਾਸ, 1000 ਵੋਲੀਅਮ ਕਿੰਨਾ ਗਿਵਨ ਹੈ ਬੱਚੇ 250। ਤਾਂ ਉਰੋਂ WB ਦੀ ਵੈਲਿਊ ਕਿੰਨੀ ਆਏਗੀ ਬੇਟਾ ਆਪਣੇ ਕੋਲ ਵੈਲਿਊ ਆ ਜਾਏਗੀ ਬੇਟਾ 4 ਸਮਥਿੰਗ। ਤਾਂ ਕੀ ਹੈਗਾ ਜਦੋਂ ਆਪਾਂ ਕੀ ਹੈਗਾ ਦੋਨਾਂ ਨੂੰ ਡਿਵਾਈਡ ਕਰ ਰਹੇ ਹੋਵਾਂਗੇ ਤਾਂ ਆਪਣੇ ਕੋਲ 8/4 ਯਾਨੀ ਕਿ 2:1 ਕੀ ਹੈਗਾ ਆਪਣੇ ਕੋਲ ਕੀ ਆ ਰਿਹਾ ਹੋਊਗਾ ਰੇਸ਼ੋ ਆ ਰਹੀ ਹੋਏਗੀ। ਬੇਸਿਕਲੀ ਕੀ ਕਰਨਾ ਆਪਾਂ ਨੇ ਮੋਲੈਲਿਟੀ ਦਾ ਇੱਕ ਵਾਰੀ ਫਾਰਮੂਲਾ ਲਗਾਉਣਾ, ਮੋਲੈਰਿਟੀ ਦਾ ਨਿਕਾਲਣਾ, ਤਾਂ WB ਦੀ ਵੈਲਿਊ ਆਏਗੀ। ਤਾਂ ਦੋਨੋਂ WB ਨੂੰ ਉਹਨਾਂ ਦੀ ਰੇਸ਼ੋ ਕੀ ਹੈਗੀ ਆਪਾਂ ਨੂੰ ਪੁੱਛੀ ਹੋਈ ਸੀ। ਨੈਕਸਟ ਕੁਐਸਚਨ ਕੀ ਹੈਗਾ ਬੱਚੇ, ਆਪਣੇ ਕੋਲ ਸੋਲਿਬਿਲਿਟੀ ਆਫ ਸੋਲਿਡ ਇਨ ਲਿਕੁਇਡ ਦਾ ਵੈਰੀ ਇੰਟਰਸਟਿੰਗ ਟਾਪਿਕ ਹੈਗਾ। ਜੋ ਤੁਸੀਂ ਨਹੀਂ ਕੀਤਾ ਹੋਇਆ ਤਾਂ ਉਹ ਤੁਸੀਂ ਮੇਰੀ ਵੀਡੀਓ ਲਗਾ ਕੇ ਕੀ ਹੈਗਾ ਕੁਐਸਚਨ ਨੂੰ ਬੜੇ ਆਰਾਮ ਨਾਲ ਕੀ ਹੈਗਾ ਕਰ ਲਓਗੇ। ਤਾਂ ਆਪਣੇ ਕੋਲ ਕੀ ਹੈਗਾ, ਕਹਿੰਦੇ ਡਿਸੋਲੂਸ਼ਨ ਆਫ ਆਲ ਸੋਲਿਡ ਸੋਲਿਊਟਸ ਇਨ ਵਾਟਰ ਇਜ਼ ਐਗਜ਼ੋਥਰਮਿਕ। डिसोल्यूशन ऑफ ऑल सॉलिड ਆਪਾਂ ਨੂੰ ਪਤਾ ਬੱਚੇ ऑल सॉलिड ਦਾ डिसोल्यूशन ਕੀ ਹੈਗਾ ਆਪਣੇ ਕੋਲ ਕੀ ਹੈਗਾ ਐਗਜ਼ੋਥਰਮਿਕ ਨਹੀਂ ਹੁੰਦਾ। ਮੋਸਟ ਆਫ ਦਾ ਕੇਸਿਸ ਦੇ ਵਿੱਚ ਕੀ ਹੁੰਦਾ ਹੈਗਾ ਬੇਟਾ ਐਂਡੋਥਰਮਿਕ ਹੁੰਦਾ, ਬਟ ਜਿਵੇਂ ਲੀਥੀਅਮ ਕਾਰਬੋਨੇਟ ਵਗੈਰਾ ਨੇ ਉਹਨਾਂ ਵਾਸਤੇ ਐਗਜ਼ੋ ਹੁੰਦਾ। ਗਲੋਬਲ ਸੋਲਟ ਵਾਸਤੇ ਪਹਿਲਾਂ ਆਪਣੇ ਕੋਲ ਕੀ ਹੁੰਦਾ ਐਂਡੋ ਹੁੰਦਾ ਦੈਨ ਐਗਜ਼ੋ ਹੁੰਦਾ। ਤਾਂ ਆਪਣੇ ਕੋਲ ਆਹ ਵਾਲੀ ਸਟੇਟਮੈਂਟ ਹੀ ਕੀ ਹੈਗੀ ਆਪਣੇ ਕੋਲ ਕੀ ਹੋ ਜਾਏਗੀ ਇਨਕਰੈਕਟ ਹੋ ਜਾਏਗੀ। ਵੈਸੇ ਵੀ ਕੀ ਹੈਗਾ ਬੱਚੇ ਜਿੱਥੇ ਵਰਡ ਆਲ ਆ ਜਾਂਦਾ ਉਹ ਕੀ ਹੈਗਾ ਵੈਸੇ ਹੀ ਆਪਣੇ ਕੋਲ ਕੀ ਹੈਗਾ ਸਟੇਟਮੈਂਟ ਉਹਦੇ ਗਲਤ ਹੋਣ ਦੇ ਚਾਂਸ ਕੀ ਹੈਗਾ ਇਨਕਰੀਜ਼ ਕਰ ਜਾਂਦੇ ਨੇ। ਕਾਮਨ ਸੋਲਟ ਕੀ ਹੈਗਾ ਮੋਰ ਸੋਲਿਬਲ ਹੁੰਦਾ ਵਾਟਰ ਦੇ ਵਿੱਚ ਦੈਨ ਕੇਨ ਸ਼ੂਗਰ
हाँ जी बिल्कुल सही गल है जी। कॉमन सॉल्ट क्यों ज़्यादा होंगे? क्योंकि वो ज़्यादा पोलर होंगे। सॉलिबिलिटी सोडियम सल्फेट डैकाहाइड्रेट की वही गल आ गई, फर्स्ट इनक्रीज़ करती है। इस आप की कहने हैं ग्लोबर सॉल्ट। ग्लोबर सॉल्ट का फार्मूला की होंगे बेटा Na2SO4.10H2O। इंथैल्पी ऑफ सोल्यूशन कैन बी फाउंड बाय यस बिल्कुल क्लॉजिस क्लैपटन इक्वेशन आप इक्विलिब्रियम चैप्टर के रीड करते हैं, बिल्कुल वो फाइंड कर सकते हैं। नैक्सट क्वेश्चन बच्चे असर्शन रीजन बेस्ड क्वेश्चन है, जिवें स्टेटमेंट बेस्ड क्वेश्चन काफ़ी आते हैं, असर्शन रीजन भी आते हैं। पूछा गया JEE 2023 क्वेश्चन के बच्चे आपको की किया कहते हाइड्रेटेड ऑक्जैलिक है मोलैरिटी बच्चे अपने को की है इस आपने की फाइंड करना सीगा WB। मोलर मास की है बच्चे ऑक्जैलिक एसिड का मोस्टली बच्चे 90 फिल कर देंगे ने, क्योंकि वो सोचते हैं कि ऑक्जैलिक एसिड की होंगे COH वो की सोचते हैं 2 कार्बन ने 4 ऑक्सीजन ने हाइड्रोजन किने गए 2, तो उन्होंने आंसर अपने को की आरूगा कार्बन 2 ने तो 24 हो गया, इन्होंने मास 64 हो गया तो 2, तो अपने को की है बच्चे मोलर मास उन्होंने की लगता है 90, बट एक्चुअल की है बच्चे उन्हें की है हाइड्रेट, तो उन्होंने मोलैरिटी अलग आ जाती है, तो उन्होंने एवं लगता है भी अपने को की है असर्शन की है रोंग है, बट एक्चुअल की है असर्शन इज पूरा सही तरीके है सही है, क्योंकि वो हाइड्रेटेड है बच्चे, तो ये की है 2 वोटर मोलीक्यूल अटैच होंगे ने, तो जो तुम मोलर मास फिर वो कितना हो जाएगा 26 हो जाएगा, जो 90 के 36 ऐड करोगे 2 वोटर मोलीक्यूल का मास, तो अपने को कितना हो जाएगा 126। तो जो तुम मोलैरिटी फाइंड करोगे तो बिल्कुल की है बच्चे अपने को की है WB 3.15 पुट करके तो 0.1 आएगी, तो असर्शन ट्रू है। रीजन भी क्यों ट्रू है बच्चे, क्योंकि हाइड्रेटेड ऑक्जैलिक एसिड का जो मोलर मास होंगे वो कितना होंगे 126। तो हूँ बच्चे मैं उम्मीद करदा तुहानूं जिहड़े नीट के JEE के कुछ क्वेश्चन सीगे प्रीवियस वो तुहानूं की है समझ आए होणगे होप। तो प्लीज़ तुसीं फिर लाइक करो वीडियो नूं, शेयर करो अपने फ्रेंड्स नाल ते सबसक्राइब करो।